सतनाम श्री वाहिगुरु साहिब जी। जैत सरे महला पंजवा। आई अनक जन्म भ्रम सरणी। उदर देह अंधकूप ते। लावहो अपनी चरणी। आई अनक जन्म भ्रम सरणी। उदर देह अंधकूप ते। लावहो अपनी चरणी। रहाओ ज्ञान ध्यान किछ कर्म न जाना। नाहि न निर्मल करणी। साध संगत कै अंचल लावहो। बिखम नदी जाए तरणी। सुख संपत माया रस मीठे। ए नहीं मन मह तरणी। हर दर्शन त्रिपत नानक दास पावत। हर नाम रंग आपरणी। सुख संपत माया रस मीठे। एह नहीं मन मह तरणी। हर दर्शन त्रिपत नानक दास पावत। हर नाम रंग आपरणी। वाहिगुरु जी का खालसा वाहिगुरु जी की फतेह। परम सन्मान ते सत्कारयोग सतगुरु सच्चे पातशाह जी दी साजी नवाजी गुरु स्वरूप गुरु खालसा साध संगत जीओ। आप जी समूह गुरमुख माई भाई सत संगी नेमी प्रेमी सज्जन दूरों नेड़ियों चल करके धन धन पिता श्री गुरु रामदास महाराज जियां दे पावन पवित्र दरबार सचखंड श्री हरमंदर साहिब जी दे दर्शन दीदारे इशनान करन वास्ते बड़ी शरधा भावना दे नाल इकत्तर होए हो। सतगुरु पातशाह जियां अमृत वेले सचखंड श्री हरमंदर साहिब जी विखे प्रकाशबान हो करके पावन श्री मुखवाक हुक्मनामा साहिब जी दी सानू बख्शिश कीती है। अस्थानां दी नित मर्यादा दे मुताबिक जिवें आप जी रोजाना ही सचखंड हरिमंदर साहिब जियां तो बख्शिश कीते हुए सतगुरु दे पावन श्री मुखवाक साहिब दी विचार गुरुद्वारा मंजी साहिब दीवान हाल विखे जुड़ करके शरधा भावना आदब सत्कार दे नाल श्रवण करदे हो।
ਅੱਜ ਵੀ ਆਪ ਸਤਿਗੁਰੂ ਦੇ ਮੁਬਾਰਕਬਾਦ ਚਰਨਾਂ ਦੇ ਵਿੱਚ ਬੜੇ ਪਿਆਰ ਦੇ ਨਾਲ ਜੁੜ ਬੈਠੇ ਹੋ। ਆਓ ਸਤਿਗੁਰੂ ਪਾਤਸ਼ਾਹ ਨੇ ਜੋ ਪਾਵਨ ਸ੍ਰੀ ਮੁਖ ਵਾਕ ਦੀ ਸਾਨੂੰ ਬਖਸ਼ਿਸ਼ ਕੀਤੀ, ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਵਲਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸਰੀ ਮਹੱਲਾ ਪੰਜਵਾਂ। ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਸ੍ਰੀ ਮੁਖ ਵਾਕ ਸਤਿਗੁਰੂ ਜੀ ਨੇ ਜੋ ਬਖਸ਼ਿਸ਼ ਕੀਤਾ ਹੈ, ਜੈਤ ਸਰੀ ਰਾਗ ਵਿੱਚ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੇ ਪੰਜਵੇਂ ਸਵਰੂਪ, ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਨਾਮ ਬਾਣੀ ਦੇ ਰਸੀਏ, ਤਤੀਆਂ ਤਵੀਆਂ ਦੇ ਉੱਪਰ ਚੌਂਕੜੇ ਲਾ ਕਰਕੇ ਤੇਰਾ ਕੀਆ ਮੀਠਾ ਲਾਗੈ ਉਚਾਰਨਹਾਰ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ। ਅੱਜ ਦਾ ਇਹ ਸ੍ਰੀ ਮੁਖ ਵਾਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 702 ਅੰਗ ਦੇ ਉੱਪਰ ਸਵਾਏਮਾਨ ਹੈ। ਇਸ ਸ਼ਬਦ ਅੰਦਰ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਹੋ ਕਰਕੇ ਸਾਨੂੰ ਬੇਨਤੀਆਂ ਕਰਨ ਦਾ ਢੰਗ ਸਿਖਲਾਇਆ ਹੈ। ਪਰਮਾਤਮਾ ਦੇ ਅੱਗੇ ਕਿਸੇ ਜੀਵ ਦਾ ਜ਼ੋਰ ਨਹੀਂ, ਕਿਸੇ ਦਾ ਉਸ ਅੱਗੇ ਹੁਕਮ ਨਹੀਂ ਚੱਲਦਾ। ਉਸ ਦੇ ਅੱਗੇ ਤਾਂ ਇੱਕ ਪਰਮਾਤਮਾ ਦੇ ਸਨਮੁਖ ਬੇਨਤੀ ਕਰਨੀ ਬਣਦੀ ਹੈ। ਬੇਨਤੀਆਂ ਕਰਨ ਦਾ ਢੰਗ, ਬੇਨਤੀਆਂ ਕਰਨ ਦਾ ਤਰੀਕਾ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ। ਆਏ ਅਨਕ ਜਨਮ ਭ੍ਰਮ ਸਰਣੀ। ਕਰਤੇ ਪੁਰਖ ਪਰਮਾਤਮਾ ਜੀ ਨੇ, ਜਿਸ ਨੇ ਸਾਨੂੰ ਇਹ ਮਾਨਸ ਦੇਹੀ ਬਖਸ਼ੀ ਹੈ, ਜਿਸ ਨੇ ਮਨੁੱਖਾ ਸਰੀਰ ਦੀ ਦਾਤ ਸਾਡੀ ਝੋਲੀ ਵਿੱਚ ਪਾ ਕੇ ਨਿਵਾਜਣਾ ਕੀਤਾ, ਉਹਦੇ ਅੱਗੇ ਬੇਨਤੀਆਂ ਕਰੀਏ। ਸੱਚੇ ਪਾਤਸ਼ਾਹ ਆਏ ਅਨਕ ਜਨਮ ਭ੍ਰਮ ਸਰਣੀ। ਬਹੁਤ ਸਾਰੇ ਜਿਹੜੇ ਜਨਮ ਨੇ ਉਹਨਾਂ ਵਿੱਚ ਭਰਮਦੇ ਹੋਏ, ਘੁੰਮਦੇ ਹੋਏ, ਭਟਕਦੇ ਅੱਜ ਮਨੁੱਖਾ ਜਨਮ ਪਾ ਕੇ ਤੇਰੀ ਸ਼ਰਨ ਵਿੱਚ ਆ ਕੇ ਪਏ ਹਾਂ। ਜਿਹੜੇ ਜਨਮ ਅਸੀਂ ਪਿੱਛੇ ਧਾਰਨ ਕੀਤੇ ਨੇ, ਕੁਝ ਅਸੀਂ ਜੀਵ ਸਰੀਰਾਂ ਨਾਲ ਹੀ ਸੰਬੰਧਿਤ ਹੋ ਚੁੱਕੇ। ਸਰੀਰ ਮਰ ਗਿਆ ਤੇ ਸਭ ਕੁਝ ਕਹਿੰਦੇ ਖਤਮ ਹੋ ਗਿਆ। ਅੱਗਾ ਕਿਹਨੇ ਦੇਖਿਆ, ਪਿੱਛਾ ਕਿਹਨੇ ਵੇਖਿਆ। ਇਸ ਤਰ੍ਹਾਂ ਦੀਆਂ ਨਾਸਤਿਕਤਾਈ ਦੀਆਂ ਵਿਚਾਰਾਂ ਅਸੀਂ ਲੈ ਕੇ ਬੈਠ ਜਾਂਦੇ। ਪਰੰਤੂ ਜਦੋਂ ਸਤਿਗੁਰੂ ਪਾਤਸ਼ਾਹ ਦੀ ਪਾਵਨ ਗੁਰਬਾਣੀ ਨੂੰ ਅਸੀਂ ਪੜ੍ਹੀਏ ਤੇ ਵਿਚਾਰ ਕਰੀਏ, ਸਤਿਗੁਰੂ ਪਾਤਸ਼ਾਹ ਸਾਨੂੰ ਕੀ ਸਿੱਖਿਆ ਦਿੰਦੇ ਪਏ। ਭਗਤ ਕਬੀਰ ਸਾਹਿਬ ਦੇ ਜਿਹੜੇ ਬਚਨ ਨੇ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ। ਉਹ ਕਿਹੜੇ ਪੂਰਬਲੇ ਜਨਮਾਂ ਦੀ ਕਬੀਰ ਸਾਹਿਬ ਜੀਆਂ ਨੇ ਗੱਲ ਕਰ ਦਿੱਤੀ, ਜਿਸ ਬਾਰੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਬਚਨ ਹਨ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ।
ਕਿੰਨੇ ਕਿੰਨੇ ਜਨਮ, ਇੱਕ ਜਨਮ ਦੀ ਗੱਲ ਨਹੀਂ, ਕਈ ਦਾ ਅਰਥ ਹੈ ਬੇਅੰਤ, ਜਿਹਦੀ ਕੋਈ ਗਿਣਤੀ ਨਾ ਹੋਵੇ। ਪਤਾ ਨਹੀਂ ਕਿੰਨੇ ਜਨਮ ਕੀੜਿਆਂ ਦੇ ਧਾਰਨ ਕੀਤੇ, ਕਿੰਨੇ ਪਤੰਗਿਆਂ ਦੀਆਂ ਜੂਨਾਂ ਵਿੱਚ ਜਾਣਾ ਪਿਆ। 84 ਲੱਖ ਜੂਨਾਂ ਦੀ ਗਿਣਤੀ ਤਾਂ 84 ਲੱਖ ਇੱਕ ਜੂਨ ਨੂੰ ਮੰਨਿਆ ਜਾਂਦਾ। ਫਿਰ ਇੱਕ ਜੂਨੀ ਵਿੱਚ ਪਤਾ ਨਹੀਂ ਕਿੰਨੀ ਵਾਰੀ ਜਨਮ ਧਾਰਨ ਕਰਨੇ ਪੈਂਦੇ ਨੇ ਜੀਵ ਨੂੰ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਫਿਰਨ ਦਾ ਭਾਵ ਇਹ ਨਹੀਂ 2-4 ਮੀਲਾਂ ਤੋਂ ਮੈਂ ਚੱਲ ਕੇ ਆ ਗਿਆ। ਕਈ ਵਾਰੀ ਅਸੀਂ ਸਤਿਗੁਰੂ ਪਾਤਸ਼ਾਹ ਦੇ ਅੱਗੇ ਆ ਕਰਕੇ ਬੇਨਤੀ ਕਰਦੇ, ਹੋਂ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭੋ ਦੁੱਖ ਗਵਾਏ ਜੀਓ। ਉੱਥੇ ਕੋਈ 100 ਮੀਲ 200 ਮੀਲਾਂ ਦੀ ਕੋਈ ਦੂਰੀ ਦਾ ਜ਼ਿਕਰ ਨਹੀਂ ਹੈ। ਉਹ ਦੂਰੀ ਕਿਹੜੀ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਜੋ ਇਹ ਪਾਵਨ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦੇ ਨੇ, ਕਈ ਜਨਮ ਭਏ ਕੀਟ ਪਤੰਗਾ। ਕਿੰਨੇ ਜਨਮ ਕੀੜਿਆਂ ਦੇ, ਕਿੰਨੇ ਪਤੰਗਿਆਂ ਦੇ ਧਾਰਨ ਕਰਕੇ ਫੇਰ ਕਿਤੇ ਇਸ ਮਾਨਸ ਦੇਹੀ ਦੇ ਅੰਦਰ ਤੈਨੂੰ ਜਨਮ ਮਿਲਿਆ ਹੈ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਤੋਂ ਪੁੱਛੀਏ, ਮਹਾਰਾਜ ਇਹ ਜਿਹੜਾ ਜੀਵ ਹੈ ਇਹ ਕਿੰਨਾ ਕੁ ਚਿਰ ਤੋਂ ਘੁੰਮਦਾ ਆ ਰਿਹਾ ਹੈ? ਕੋਈ 10-20 ਸਾਲ, ਕੋਈ 1-2 ਸਦੀਆਂ ਦਾ ਚੱਕਰ ਹੋਵੇਗਾ। ਸਤਿਗੁਰੂ ਪਾਤਸ਼ਾਹ ਕਹਿੰਦੇ, ਨਹੀਂ ਜੀਵ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਇਸੇ ਪੰਕਤੀ ਨੂੰ ਅੱਗੇ ਬਚਨ ਉਚਾਰਨ ਕਰਦੇ ਨੇ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਜੁਗਾਂ ਦੇ ਯੁੱਗ ਬੀਤ ਗਏ ਨੇ ਇਸ ਜੀਵ ਨੂੰ ਇਹ 84 ਲੱਖ ਜੂਨਾਂ ਦੇ ਵਿੱਚ ਘੁੰਮਦਿਆਂ ਹੋਇਆ। ਇੱਕ ਵਿਦਵਾਨ ਸੱਜਣ ਦੇ ਬਚਨ ਸੁਣਨ ਵਿੱਚ ਆਏ ਸਨ ਕਈ ਸਾਲ ਪਹਿਲਾਂ। ਉਹਨਾਂ ਨੇ ਬਚਨ ਕੀਤਾ, ਕਹਿੰਦੇ 84 ਲੱਖ ਜੂਨ ਨੂੰ ਭੋਗਣ ਦੇ ਵਾਸਤੇ 7.5 ਅਰਬ ਸਾਲ ਦਾ ਸਮਾਂ ਲੱਗ ਜਾਂਦਾ। 84 ਲੱਖ ਜੂਨ ਦਾ ਜ਼ਿਕਰ ਕੀਤਾ, ਕਈ ਜਨਮਾਂ ਦਾ ਜ਼ਿਕਰ ਨਹੀਂ ਉਹਦੇ ਵਿੱਚ ਆਉਂਦਾ। ਇੱਕ ਜੂਨੀ ਨੂੰ ਗਿਣ ਕਰਕੇ 7.5 ਅਰਬ ਸਾਲ ਦੇ ਸਮੇਂ ਤੋਂ ਬਾਅਦ ਫੇਰ ਕਿਤੇ ਇਹ ਮਾਨਸ ਦੇਹੀ ਹੱਥ ਆਉਂਦੀ ਹੈ। ਅੱਜ ਇਹ ਮਨੁੱਖਾ ਸਰੀਰ ਸਾਨੂੰ ਪਰਮਾਤਮਾ ਨੇ ਦੇ ਦਿੱਤਾ। ਇਹ ਕਿੰਨਾ ਕੋ ਅਮੁੱਲਕ ਸਰੀਰ ਹੈ। ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ, ਭਜਹੁ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਪਰਮਾਤਮਾ ਦਾ ਸਿਮਰਨ ਕਰਨ ਵਾਸਤੇ, ਮਾਲਕ ਦੀ ਸੇਵਾ ਕਰਨ ਵਾਸਤੇ ਇਹ ਮਨੁੱਖਾ ਸਰੀਰ ਸਾਨੂੰ ਵਾਹਿਗੁਰੂ ਜੀ ਨੇ ਦਿੱਤਾ ਹੈ। ਬਹੁਤ ਸਾਰੀਆਂ ਟੇਢੀਆਂ ਜੂਨਾਂ ਦੇ ਵਿੱਚੋਂ ਲੰਘ ਕਰਕੇ ਸਤਿਗੁਰੂ ਪਾਤਸ਼ਾਹ ਇਸ ਮਨੁੱਖਾ ਜਨਮ ਵਿੱਚ ਆਪ ਦੀ ਸ਼ਰਨ ਵਿੱਚ ਆ ਕੇ ਪਏ ਹਨ। ਇਹਨੂੰ ਸੁਖੈਨ ਸਮਝਣ ਦੇ ਵਾਸਤੇ ਇੱਕ ਐਸੇ ਵੀ ਸਤਿਪੁਰਖਾਂ ਨੇ ਸੰਪਰਦਾਇ ਵਿੱਚ ਵਿਦਿਆ ਪੜ੍ਹਾਉਂਦਿਆਂ ਹੋਇਆਂ ਇਹ ਬਚਨ ਸੁਣਾਏ ਸਨ ਕਿ ਇਹ ਸੰਸਾਰ ਇੱਕ ਕਿਲੇ ਦੀ ਨਿਆਈ ਹੈ। ਜਿਵੇਂ ਇੱਕ ਰਾਜੇ ਨੇ ਕੋਈ ਕਿਲਾ ਤਿਆਰ ਕਰ ਲਿਆ, ਬਹੁਤ ਵੱਡਾ ਕਿਲਾ ਹੈ। ਉਸ ਕਿਲੇ ਦੇ ਆਲੇ ਦੁਆਲੇ ਜਿਵੇਂ ਕੋਈ ਰਾਜਿਆਂ ਦੀਆਂ 12 ਦਰੀਆਂ ਹੁੰਦੀਆਂ, 12 ਦਰਵਾਜ਼ੇ ਲਾ ਦਿੰਦੇ। ਉਸ ਰਾਜੇ ਨੇ 84 ਦਰਵਾਜ਼ੇ ਉਹਨੂੰ ਲਾ ਦਿੱਤੇ। 84 ਦਰਵਾਜ਼ਿਆਂ ਦੇ ਵਿੱਚੋਂ ਇੱਕ ਦਰਵਾਜ਼ਾ ਜਿਹੜਾ ਖੁੱਲਾ ਰੱਖ ਦਿੱਤਾ ਤੇ ਬਾਕੀ ਸਾਰੇ ਬੰਦ ਕਰ ਦਿੱਤੇ। ਇੱਕ ਮਨੁੱਖ ਉਹ ਕਿਲੇ ਦੇ ਅੰਦਰ ਦਾਖਲ ਹੋ ਗਿਆ, ਜਿਸ ਦੀ ਅੱਖਾਂ ਦੀ ਜੋਤ ਖਤਮ ਹੈ, ਅੰਨਾ ਸੂਰਮਾ ਹੈ। ਦੂਸਰਾ ਉਸ ਦੇ ਹੱਥ ਕੱਟਿਆ ਹੋਇਆ, ਹੱਥ ਤੋਂ ਟੁੰਡਾ ਹੈ। ਤੀਸਰਾ ਸਿਰ ਦੇ ਉੱਪਰ ਕੇਸ ਨਹੀਂ, ਸਿਰ ਤੋਂ ਗੰਜਾ ਹੈ। ਹੁਣ ਨੇਤਰਾਂ ਤੋਂ ਦਿਸਦਾ ਨਹੀਂ, ਹੱਥਾਂ ਨਾਲ ਕੋਈ ਵਸਤੂ ਪਕੜੀ ਨਹੀਂ ਜਾਂਦੀ, ਹੱਥ ਕੱਟਿਆ ਹੋਇਆ ਤੇ ਸਿਰ ਦੇ ਉੱਪਰ ਵਾਲ ਨਹੀਂ, ਗੰਜਾ ਹੈ। ਜਦੋਂ ਕਿਲੇ ਦੇ ਅੰਦਰ ਪ੍ਰਵੇਸ਼ ਹੋ ਗਿਆ ਤੇ ਬੜਾ ਦੁੱਖ ਉਹਨੂੰ ਹੋਇਆ। ਸਾਰੇ ਦਰਵਾਜ਼ਿਆਂ ਨੂੰ ਟੋਈ ਜਾਂਦਾ ਵਾਰ-ਵਾਰ ਤੇ ਪਰੰਤੂ ਕੋਈ ਦਰਵਾਜ਼ਾ ਉਹਨੂੰ ਖੁੱਲਾ ਨਹੀਂ ਮਿਲਦਾ।
ਜਦੋਂ ਕਈ ਦਰਵਾਜ਼ੇ ਲੰਘ ਗਿਆ ਤੇ ਅੱਗੇ ਇੱਕ ਮਨੁੱਖ ਨੂੰ ਆਵਾਜ਼ ਦੇ ਕੇ ਪੁੱਛਦਾ, ਕੋਈ ਮੇਰੀ ਮਦਦ ਕਰੇ, ਮੈਂ ਕਿਲੇ ਵਿੱਚੋਂ ਬਾਹਰ ਨਿਕਲ ਜਾਵਾਂ। ਤਾਂ ਇੱਕ ਆਵਾਜ਼ ਮਨੁੱਖ ਨੇ ਦਿੱਤੀ, ਕਹਿੰਦਾ, ਪੁਰਖਾ, ਇਹ ਦਰਵਾਜ਼ਿਆਂ ਦੇ ਨਾਲ ਹੱਥ ਨਾ ਚੁੱਕੀ, ਕੱਲੇ ਕੱਲੇ ਦਰਵਾਜ਼ੇ ਨੂੰ ਟੋਹ ਕਰਕੇ ਤੁਰਿਆ ਚੱਲ। ਇੱਕ ਦਰਵਾਜ਼ਾ ਤੈਨੂੰ ਖੁੱਲਾ ਮਿਲੇਗਾ, ਉਥੋਂ ਬਾਹਰ ਨਿਕਲ ਸਕਦਾ ਹੈ। 83 ਦਰਵਾਜ਼ੇ ਬੰਦ ਪਏ ਨੇ, ਇੱਕ ਖੁੱਲਾ ਹੈ। ਕੀ ਹੋਇਆ? ਜਦੋਂ ਉਹ ਕੰਧ ਦੇ ਨਾਲ ਦਰਵਾਜ਼ਿਆਂ ਨਾਲ ਹੱਥ ਲਾ ਕੇ ਤੁਰਦਾ ਜਾਂਦਾ, ਜਿਹੜਾ ਖੁੱਲਾ ਦਰਵਾਜ਼ਾ ਜਦੋਂ ਸਾਹਮਣੇ ਆਇਆ, ਸਿਰ ਦੇ ਉੱਪਰ ਇੱਕ ਮੱਖੀ ਨੇ ਆ ਕੇ ਖੁਰਕ ਕੀਤੀ। ਆਪਣਾ ਹੱਥ ਕੰਧ ਨਾਲੋਂ ਚੁੱਕ ਕਰਕੇ ਜਿਹੜਾ ਟੁੰਡਾ ਹੱਥ ਸੀ ਸਿਰ ਦੇ ਉੱਪਰ ਫੇਰਨ ਲੱਗਿਆ। ਇੰਨੇ ਸਮੇਂ ਨੂੰ ਦਰਵਾਜ਼ਾ ਲੰਘ ਗਿਆ। ਫੇਰ 84 ਦਰਵਾਜ਼ਿਆਂ ਦੇ ਨਾਲ ਘੁੰਮਦਾ ਫਿਰਦਾ। ਇਹ ਤਾਂ ਇੱਕ ਪ੍ਰਮਾਣ ਹੈ ਸਮਝਣ ਵਾਸਤੇ। ਇਸੇ ਤਰ੍ਹਾਂ ਮੇਰੇ ਮਾਲਕ ਪਰਮਾਤਮਾ ਵਾਹਿਗੁਰੂ ਜੀ ਨੇ ਇਹ ਜਿਹੜਾ ਸੰਸਾਰ ਬਣਾਇਆ, ਇਹ ਇੱਕ ਕਿਲਾ ਬਣਿਆ ਹੋਇਆ। ਇਹਦੇ ਵਿੱਚ ਜਿਹੜੀਆਂ 84 ਲੱਖ ਜੂਨਾਂ ਨੇ, ਇਹ ਦਰਵਾਜ਼ੇ ਬਣਾਏ ਹੋਏ ਨੇ। ਮਨੁੱਖਾ ਜਨਮ ਜਿਹੜਾ ਹੈ ਇਹ ਖੁੱਲਾ ਦਰਵਾਜ਼ਾ ਤੇ ਬਾਕੀ ਬੰਦ ਪਏ ਨੇ। ਖੁੱਲੇ ਦਰਵਾਜ਼ੇ ਦੇ ਰਾਹੀਂ ਮਨੁੱਖ ਆਜ਼ਾਦੀ ਵਿੱਚ ਘੁੰਮ ਸਕਦਾ। ਖੁੱਲਾ ਦਰਵਾਜ਼ਾ ਮਨੁੱਖਾ ਸਰੀਰ ਦੇ ਰਾਹੀਂ ਭਗਤੀ ਕਰਕੇ, ਸੇਵਾ ਸਿਮਰਨ ਕਰਕੇ ਮੁਕਤੀ ਹਾਸਲ ਕਰ ਸਕਦਾ, ਪਰਮਾਤਮਾ ਵਿੱਚ ਅਭੇਦ ਹੋ ਸਕਦਾ ਹੈ। ਪਰੰਤੂ ਇਹ ਜਿਹੜਾ ਜੀਵ ਸੰਸਾਰ ਵਿੱਚ ਪੈਦਾ ਹੋਇਆ, ਇਹਦੇ ਅੱਖਾਂ ਦੀ ਜੋਤ ਨਹੀਂ ਹੈ। ਮਨ ਬੁੱਧੀ ਰੂਪੇ ਦੇ ਨੇਤਰ ਨੇ, ਇਹਦੇ ਵਿੱਚ ਵਿਚਾਰ ਦੀ ਜੋਤ ਨਹੀਂ ਹੈ ਜਿਹਦੇ ਨਾਲ ਦੇਖਣਾ ਕਰੇ। ਇਸ ਲਈ ਸਿਰ ਦੇ ਉੱਪਰ ਗੰਜ ਕੀ ਪਿਆ ਹੋਇਆ, ਜਿਹੜੇ ਚੰਗੇ ਸੰਸਕਾਰਾਂ ਦੇ ਕੇਸ ਨਹੀਂ ਇਹਦੇ ਕੋਲ, ਚੰਗੇ ਗੁਣ ਨਹੀਂ ਹਨ ਜ਼ਿੰਦਗੀ ਦੇ ਵਿੱਚ। ਇਸ ਲਈ ਚੰਗੇ ਗੁਣਾਂ ਤੋਂ, ਸੰਸਕਾਰਾਂ ਤੋਂ ਹੀਣਾ ਹੋਣ ਕਰਕੇ ਇਹ ਗੰਜਾ ਹੈ। ਤੇ ਪ੍ਰੇਮ ਰੂਪੀ ਬਾਹ ਇਹਦੀ ਕੱਟੀ ਹੋਈ, ਪ੍ਰੇਮ ਤੋਂ ਬਿਨਾਂ ਟੁੰਡਾ ਹੈ। ਘੁੰਮਦਾ ਫਿਰਦਾ 84 ਲੱਖ ਜੂਨਾਂ ਦੇ ਅੰਦਰ ਜੀਵ ਜਦੋਂ ਮਨੁੱਖਾ ਜਨਮ ਦੀ ਵਾਰੀ ਆਉਂਦੀ ਹੈ, ਤਾਂ ਉਸ ਵੇਲੇ ਮਾਇਆ ਰੂਪੀ ਮੱਖੀ ਇਹਦੇ ਸਿਰ ਤੇ ਆ ਕੇ ਬੈਠ ਜਾਂਦੀ। ਉਸ ਵੇਲੇ ਫਿਰ ਇਹ ਮਾਇਆ ਵਿੱਚ ਗਲਤਾਨ ਹੋ ਜਾਂਦਾ, ਮਨੁੱਖਾ ਸਰੀਰ ਦਾ ਖੁੱਲਾ ਦਰਵਾਜ਼ਾ ਲੰਘਾ ਦਿੰਦਾ ਹੈ। ਇਸ ਲਈ ਇਹ ਜਿਹੜਾ ਮਨੁੱਖਾ ਸਰੀਰ ਪਰਮਾਤਮਾ ਨੇ ਦਿੱਤਾ ਬੜਾ ਅਮੁੱਲਕ ਹੈ। ਇਹਦਾ ਮੁੱਲ ਨਹੀਂ ਕਿਸੇ ਦੇ ਕੋਲੋਂ ਉਤਾਰਿਆ ਜਾ ਸਕਦਾ। ਅੱਖਾਂ ਦਾ ਕੋਈ ਮੁੱਲ ਨਹੀਂ, ਪੈਰਾਂ ਦਾ ਮੁੱਲ ਨਹੀਂ ਹੈ। ਹੱਥ ਬੇਮੁੱਲੇ ਦਿੱਤੇ ਪਰਮਾਤਮਾ ਨੇ। ਦਿਲ ਦਿਮਾਗ ਵਰਗੀਆਂ ਵਸਤੂਆਂ ਸਰੀਰ ਦੇ ਵਿੱਚ ਬੇਕੀਮਤੀ ਰੱਖੀਆਂ ਹੋਈਆਂ ਨੇ। ਪਰੰਤੂ ਇਸ ਜੀਵ ਨੇ ਇਹਦੀ ਸਾਰ ਨਹੀਂ ਜਾਣਨਾ ਕੀਤੀ। ਆਪਣੇ ਸਰੀਰ ਦੀ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਸਰੀਰ ਦੇ ਰੋਮਾਂ ਦੀਆਂ ਬੇਅਦਬੀਆਂ ਕਰਨ ਦੇ ਵੱਲ ਨੂੰ ਜੀਵ ਤੁਰ ਪਿਆ। ਇਸ ਲਈ ਬੇਨਤੀਆਂ ਕਰੀਏ ਜੇ ਮੁਕਤ ਹੋਣਾ, ਕੀ ਕਹਿਣਾ ਨਿਮਰਤਾ ਵਿੱਚ ਆ ਕੇ, ਆਏ ਅਨਕ ਜਨਮ ਭ੍ਰਮ ਸ਼ਰਣੀ। ਮਹਾਰਾਜ ਹੁਣ ਤਾਂ ਬਹੁਤ ਜਨਮ ਹੋ ਗਏ ਘੁੰਮਦੇ ਫਿਰਦੇ ਨੂੰ, ਕੋਈ ਐਸੀ ਜੂਨ ਨਹੀਂ ਜਿਹੜੀ ਮੈਂ ਨਾ ਦੇਖੀ ਹੋਵੇ। ਪੱਥਰਾਂ ਦੀਆਂ ਜੂਨਾਂ ਵਿੱਚ ਮੈਨੂੰ ਜਾਣਾ ਪਿਆ, ਪਹਾੜਾਂ ਦੇ ਜਨਮ ਮੈਂ ਧਾਰੇ ਨੇ, ਸੱਪਾਂ ਦੀਆਂ, ਨਾਗਾਂ ਦੀਆਂ ਐਸੀਆਂ ਜੂਨਾਂ, ਕਾਵਾਂ ਦੀਆਂ ਜੂਨਾਂ, ਖੋਤਿਆਂ ਦੀਆਂ ਜੂਨਾਂ ਵਿੱਚੋਂ ਲੰਘ ਕਰਕੇ ਅੱਜ ਇਹ ਮਨੁੱਖਾ ਸਰੀਰ ਦੇ ਵਿੱਚ ਮੈਂ ਆ ਗਿਆ ਹਾਂ। ਇਹ ਤੇਰੀ ਕਿਰਪਾ ਹੈ, ਮੇਰਾ ਆਪਣਾ ਕੋਈ ਬਲ ਨਹੀਂ ਹੈ। ਮੈਂ ਜਪ ਨਾਲ ਇਹ ਦੇਹੀ ਲੈ ਲਈ, ਤਪ ਦੇ ਨਾਲ ਮੈਂ ਸੇਵਾ ਕੀਤੀ, ਮੈਂ ਸਿਮਰਨ ਕੀਤਾ। ਜੀਵ ਕੀ ਕਰਨ ਜੋਗਾ ਹੈ ਤੇ ਮਾਲਕ ਪਰਮਾਤਮਾ ਤਰਸ ਕਰਦਾ ਹੈ। ਜਦੋਂ ਉਹਦਾ ਤਰਸ ਪਰਮਾਤਮਾ ਦਾ ਮਾਲਕ ਦਾ ਜੀਵ ਦੇ ਉੱਪਰ ਹੋ ਜਾਂਦਾ, ਉਸ ਵੇਲੇ ਸੁਰਤਾਂ ਵੀ ਜੁੜ ਜਾਂਦੀਆਂ, ਉਸ ਵੇਲੇ ਸਾਰਾ ਗਿਆਨ ਵੀ ਪ੍ਰਾਪਤ ਹੋ ਜਾਂਦਾ। ਮਾਲਕ ਭਗਤੀ ਕਰਵਾ ਕੇ ਆਪਣੇ ਵਿੱਚ ਅਭੇਦਤਾ ਦੇ ਦਿੰਦਾ ਹੈ। ਸਾਰਾ ਕੁਝ ਗੁਰਸਿੱਖ ਨੂੰ ਮਿਲ ਜਾਵੇ, ਉੱਚ ਕੋਟੀ ਦਾ ਗਿਆਨੀ ਵੀ ਬਣ ਜਾਵੇ, ਬਹੁਤ ਵੱਡਾ ਕਹਿੰਦਾ ਕਹਾਉਂਦਾ ਵਿਦਵਾਨ ਵੀ ਕਿਉਂ ਨਾ ਬਣ ਜਾਵੇ, ਪਰੰਤੂ ਅੰਦਰੋਂ ਕਦੇ ਨਿਮਰਤਾ ਨਾ ਗਵਾਵੇ। ਮਾਲਕ ਪਤਾ ਨਹੀਂ ਕਦੋਂ ਬੁੱਧੀ ਭ੍ਰਿਸ਼ਟ ਕਰ ਦਿੰਦਾ, ਵੱਡੇ ਵੱਡੇ ਵਿਦਵਾਨਾਂ ਨੂੰ ਮੂਰਖ ਬਣਾ ਦਿੰਦਾ, ਗਿਆਨਵਾਨਾਂ ਨੂੰ ਅਗਿਆਨੀ ਕਰਕੇ ਰੱਖ ਦਿੰਦਾ, ਅਗਿਆਨੀਆਂ ਨੂੰ ਗਿਆਨੀ ਬਣਾ ਦਿੰਦਾ। ਇੱਥੇ ਹੰਕਾਰ ਕਿਸੇ ਦਾ ਨਹੀਂ ਚੱਲਦਾ। ਆਏ ਅਨਕ ਜਨਮ ਭ੍ਰਮ ਸਰਣੀ, ਉਹ ਸਮੇਂ ਨੂੰ ਯਾਦ ਕਰਵਾਉਂਦੇ ਨੇ ਜਦੋਂ ਤੂੰ ਕੁੱਤਿਆਂ ਦੀਆਂ ਜੂਨਾਂ ਵਿੱਚ ਝੂਠੇ ਬਰਤਨਾਂ ਨੂੰ ਚੱਟਦਾ ਫਿਰਦਾ ਸੀ,
ਕਦੇ ਠੂਹਿਆਂ ਦੀਆਂ ਜੂਨਾਂ ਵਿੱਚ ਪੈ ਕੇ ਨਾਲੀਆਂ ਵਿੱਚ ਗੰਦਗੀ ਖਾਂਦਾ ਪਿਆ ਸੀ, ਕਦੇ ਪਹਾੜਾਂ ਦੀਆਂ ਜੂਨਾਂ ਵਿੱਚ ਇੱਕ ਜਗ੍ਹਾ ਤੇ ਅਰਬਾਂ ਸਾਲ ਤੋਂ ਖੜਾ ਰਿਹਾ। ਉਹ ਜਨਮ ਤੈਨੂੰ ਕਿਤੇ ਯਾਦ ਆ ਜਾਣ, ਪਰਮਾਤਮਾ ਕਦੇ ਭੁੱਲਦਾ ਹੀ ਨਹੀਂ ਹੈ। ਜਦੋਂ ਮਾਤਾ ਦੇ ਉਦਰ ਵਿੱਚ ਜੀਵ ਪੁੱਠਾ ਲਟਕਦਾ, ਉੱਥੇ ਬਾਰ-ਬਾਰ ਬੇਨਤੀਆਂ ਕਰਦਾ, ਪਰਮੇਸ਼ਰ ਇੱਕ ਵਾਰੀ ਇਸ ਗਰਭ ਦੇ ਵਿੱਚੋਂ ਬਾਹਰ ਕੱਢ ਦੇ, ਸਾਰੀ ਜ਼ਿੰਦਗੀ ਮੈਂ ਤੇਰਾ ਸਿਮਰਨ ਕਰਾਂਗਾ। ਸਤਿਗੁਰੂ ਪਾਤਸ਼ਾਹ ਨੇ ਇਹਦੀ ਬੇਨਤੀ ਪ੍ਰਵਾਨ ਕਰ ਲਈ, ਇਹਨੂੰ ਜਨਮ ਦੇ ਦਿੱਤਾ। ਪਰੰਤੂ ਹਾਲਤ ਕੀ ਹੋ ਗਈ, ਜਨਮ ਲੈਂਦਿਆਂ ਸਾਰ ਹੀ ਵਿੱਚੋਂ ਗਰਭੈ ਨਿਕਲ ਆਇਆ, ਖਾਸਮ ਬਸਾਰ ਦੁਨੀ ਚਿਤ ਲਾਇਆ। ਪਰਮਾਤਮਾ ਕਿਨੇ ਦੇਖਿਆ, ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜਾ ਮਾਏ ਬਾਪ ਕੀ ਸੁਧ, ਤੀਜਾ ਭਈਆ ਭਾਬੀ ਬੇਵ, ਚੌਥਾ ਪਿਆਰ ਉਪੰਨੀ ਖੇਡ। ਇਉਂ 10 ਜਿਹੜੀਆਂ ਅਵਸਥਾ ਸਤਿਗੁਰਾਂ ਨੇ ਗਿਣੀਆਂ ਨੇ, 10 ਅਵਸਥਾ ਪੂਰੀਆਂ ਕਰਕੇ ਰਾਖ ਦੀ ਢੇਰੀ ਹੋ ਜਾਂਦਾ। ਪਰਮਾਤਮਾ ਨੂੰ ਕਦੋਂ ਸਿਮਰਿਆ ਇਹਨੇ, ਬਾਲਕ ਪੁਣਾ ਵੀ ਲੰਘਾ ਦਿੱਤਾ, ਜਵਾਨੀ ਵੀ ਲੰਘ ਗਈ, ਅੱਜ ਬੁਢੇਪਾ ਸਿਰੇ ਤੇ ਆਇਆ ਹੋਇਆ, ਬੁਢੇਪੇ ਵਿੱਚ ਵੀ ਨਹੀਂ ਜੁੜਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਨੂੰ ਬੇਨਤੀ ਕਰਨ ਦਾ ਢੰਗ ਸਿਖਾਉਂਦੇ ਨੇ। ਮਨਾ ਉਹ ਜਨਮਾਂ ਨੂੰ ਯਾਦ ਕਰਿਆ ਕਰ, ਮਾਲਕ ਦੇ ਅੱਗੇ ਸ਼ੁਕਰਾਨਾ ਕਰਨਾ, ਵਾਹਿਗੁਰੂ ਅੱਗੇ ਬੇਨਤੀਆਂ ਕਰਨੀਆਂ ਨੇ। ਆਏ ਅਨਕ ਜਨਮ ਭਰਮ ਸਰਣੀ। ਮਹਾਰਾਜ ਮੈਂ ਭਰਮ ਦਾ ਹੋਇਆ, ਘੁੰਮਦਾ ਚੱਕਰ ਕੱਟਦਾ ਇਸ ਮਨੁੱਖਾ ਜਨਮ ਦੇ ਵਿੱਚ ਆ ਗਿਆ। ਹੁਣ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖ ਲੈਣਾ ਕਰੋ। ਉਦਰ ਦੇਹ ਅੰਧ ਕੂਪ ਤੇ। ਇਹ ਜਿਹੜਾ ਸੰਸਾਰ ਹੈ, ਇਹ ਅੰਧ ਕੂਪ ਅੰਨੇ ਖੂਹ ਵਰਗਾ ਹੈ। ਪੁਰਾਣੇ ਸਮੇਂ ਵਿੱਚ ਖੂਹਾਂ ਨਾਲ ਖੇਤੀਆਂ ਹੁੰਦੀਆਂ, ਅੱਜ ਸਾਧਨ ਬਦਲ ਚੁੱਕੇ ਨੇ। ਤੇ ਅੰਨਾ ਖੂਹ ਉਹਨੂੰ ਕਹਿੰਦੇ ਜਿਹਦੀ ਮੌਣ ਟੁੱਟੀ ਹੋਵੇ। ਜਿਸ ਤਰ੍ਹਾਂ ਭਾਈ ਸਾਹਿਬ ਭਾਈ ਮੰਝ ਜੀ ਜਦੋਂ ਲੱਕੜਾਂ ਲੈ ਕੇ ਇਸ ਦਰਬਾਰ ਵੱਲ ਨੂੰ ਆ ਰਹੇ ਸਨ, ਇੰਨਾ ਝੱਖੜ ਝੁੱਲਿਆ, ਹਨੇਰੀਆਂ ਚੱਲੀਆਂ, ਹਵਾ ਨੇ ਐਸਾ ਧੱਕਾ ਮਾਰਿਆ, ਜਿਹੜੇ ਖੂਹ ਦੀ ਮੌਣ ਟੁੱਟੀ ਹੋਈ ਸੀ, ਚੁੱਕ ਕੇ ਭਾਈ ਮੰਝ ਸਾਹਿਬ ਜੀ ਨੂੰ ਲੱਕੜਾਂ ਦੇ ਸਮੇਤ ਉਹ ਖੂਹ ਦੇ ਵਿੱਚ ਸੁੱਟ ਦਿੱਤਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਕਿਸ ਤਰ੍ਹਾਂ ਉਹ ਖੇਂਜਾਂ ਰੱਸੇ ਲੱਜਾਂ ਲਿਜਾ ਕਰਕੇ ਗੁਰਸਿੱਖ ਨੂੰ ਆਪਣੀ ਛਾਤੀ ਨਾਲ ਲਾਇਆ, ਬਾਹਰ ਕੱਢ ਕਰਕੇ ਵਰ ਦਿੱਤੇ। ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ ਜਗ ਲੰਘਣ ਹਾਰਾ। ਅੰਨੇ ਖੂਹ ਤੋਂ ਭਾਵ ਜਿਹਦੀ ਮੌਣ ਟੁੱਟੀ ਹੋਵੇ ਤੇ ਮਨੁੱਖ ਨੂੰ ਪਤਾ ਨਾ ਲੱਗੇ ਕਦੋਂ ਪੈਰ ਫਿਸਲ ਕੇ ਉਹ ਵਿੱਚ ਜਾ ਡਿੱਗੇ। ਇਹ ਜਿਹੜਾ ਸੰਸਾਰ ਹੈ, ਇਹ ਵੀ ਅੰਨੇ ਖੂਹ ਦੀ ਨਿਆਈ ਹੈ। ਇਹਦੇ ਮੌਣ ਕੀ ਹੈ, ਜੀਵ ਦੇ ਕੋਲ ਜਿਹੜੀ ਸ਼ਰਧਾ ਨਹੀਂ ਹੈ, ਸ਼ਰਧਾ ਟੁੱਟ ਚੁੱਕੀ ਹੈ। ਇਸ ਲਈ ਸੰਸਾਰ ਅੰਦਰ ਜੀਵ ਕੱਚਿਆਂ ਪਿੱਲਿਆਂ ਦੇ ਧਾਰੀ ਗੁਰੂਆਂ ਦਾ ਸ਼ਿਕਾਰ ਹੋ ਗਿਆ। ਡੇਰੇਵਾਦਾਂ ਦੇ ਜੀਵ ਸ਼ਿਕਾਰੀ ਹੋ ਜਾਂਦੇ ਨੇ। ਸ਼ਰਧਾ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਹਦੀ ਚੁੱਕੀ ਗਈ ਹੈ। ਅੰਧ ਕੂਪ ਜਿਹੜਾ ਅੰਨੇ ਖੂਹ ਵਰਗਾ ਇਹ ਸੰਸਾਰ ਹੈ, ਇਹਦੇ ਵਿੱਚੋਂ ਮਹਾਰਾਜ ਮੈਨੂੰ ਜਿਹੜੀ ਦੇਹੀ ਇਹ ਮਨੁੱਖਾ ਸਰੀਰ ਦਿੱਤਾ, ਇਸ ਦੇ ਵਿੱਚੋਂ ਮੈਨੂੰ ਉਧਾਰ ਲੈਣਾ ਕਰੋ, ਮੇਰੀ ਰਾਖੀ ਕਰਨੀ ਕਰੋ। ਜਾਂ ਐਸਾ ਵੀ ਅਰਥ ਪੰਕਤੀ ਦਾ ਵਿਦਵਾਨ ਮਹਾਤਮਾ ਕਰਵਾਉਂਦੇ ਨੇ, ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੀ ਚਰਨੀ। ਹੇ ਸੱਚੇ ਪਾਤਸ਼ਾਹ ਮਹਾਰਾਜ, ਇਹ ਜਿਹੜੀ ਦੇਹੀ ਹੈ, ਇਹ ਸਰੀਰ, ਇਹ ਵੀ ਅੰਨਾ ਖੂਹ ਹੈ। ਅੰਨਾ ਖੂਹ, ਜੇ ਕੋਈ ਕਹੇ ਵੀ ਸਰੀਰ ਅੰਨਾ ਖੂਹ ਕਿਵੇਂ ਹੋ ਗਿਆ, ਇਸ ਦੇ ਅੰਦਰ ਅਗਿਆਨਤਾ ਜਿੰਨੀ ਦੇਰ ਬੇਸਮਝੀ ਪਈ, ਉਨੀ ਦੇਰ ਤਾਂ ਘੁੱਪ ਹਨੇਰਾ ਹੀ ਹੈ। ਚਾਹੇ ਬਾਹਰ ਤੁਰਿਆ ਫਿਰੇ ਸਰੀਰ ਕਰਕੇ, ਚਾਹੇ ਅੰਤਰੀਵ ਆਪਣੇ ਅੰਦਰ ਅੱਖਾਂ ਨਾਲ ਵੇਖ ਲਵੇ, ਹਨੇਰਾ ਹੀ ਹਨੇਰਾ ਦਿਸੇਗਾ। ਉਹ ਹਨੇਰਾ ਜਿਹੜਾ ਚੁੱਕਣ ਵਾਸਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਜਿਹੜੇ ਪਾਵਨ ਬਚਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਜਦੋਂ ਸਤਿਗੁਰੂ ਗਿਆਨ ਦੇ ਨੇਤਰ ਅੰਦਰ ਦੇ ਦਿੰਦੇ, ਵਿਚਾਰ ਦੀ ਜੋਤ ਵਿੱਚ ਪੈ ਜਾਂਦੀ, ਫਿਰ ਇਹ ਜਿਹੜੀ ਦੇਹੀ ਹੈ, ਇਹ ਬੜੀ ਸੁੰਦਰ ਗਿਆਨ ਵਾਲੀ, ਪ੍ਰਕਾਸ਼ ਵਾਲੀ ਦਿਸਦੀ ਹੈ। ਗਿਆਨ ਤੋਂ ਬਿਨਾ ਇਹ ਮਨੁੱਖਾ ਸਰੀਰ ਜਿਹੜਾ ਦੇਹ ਮਿਲੀ ਹੈ ਹੱਡ ਚੰਮ ਦੀ, ਇਹ ਵੀ ਅੰਨੇ ਖੂਹ ਦੀ ਨਿਆਈ ਹੈ। ਇਹਦਾ ਦੇਹ ਅਧਿਆਸ ਇੰਨਾ ਪਰਪੱਕ ਹੋ ਗਿਆ, ਬੰਦਾ ਆਪਣੀ ਦੇਹੀ ਨੂੰ ਆਤਮਾ ਮੰਨੀ ਬੈਠਾ। ਅਸੀਂ ਕਈ ਵਾਰੀ ਸੁਣਦੇ, ਜੇ ਫਲਾਨਾ ਜਿਹੜਾ ਜੀਵ ਉਹ ਮਰ ਗਿਆ,
ਸਤਿਗੁਰੂ ਪਾਤਸ਼ਾਹ ਕਹਿੰਦੇ ਮਰਨ ਹਾਰ ਇਹੋ ਜੀਅਰਾ ਨਹੀਂ। ਇਹ ਜਿਹੜੀ ਜੀਵ ਕਲਾ ਅੰਦਰ ਆਤਮਾ ਪਾਈ ਹੈ ਇਹ ਤਾਂ ਮਰਦੀ ਨਹੀਂ ਹੈ।